हाँ जी, सत श्री अकाल बच्चों साਰਿਆਂ ਨੂੰ। ਤੇ ਲਾਸਟ ਕਲਾਸ ਦੇ ਵਿੱਚ ਆਪਾਂ ਯੂਨਾਈਟਿਡ ਨੇਸ਼ਨ ਦਾ ਬੱਚੋ ਇੰਟਰੋਡਕਸ਼ਨ ਤੇ ਪਾਰਟ 1 ਆਪਾਂ ਕਰ ਚੁੱਕੇ ਹਾਂ, ਜਿਹਦੇ ਵਿੱਚ ਆਪਾਂ ਜਾਣ ਲੱਗੇ ਨੇ ਮੇਨ ਚੀਜ਼ ਦੇਖੀ ਹੈ ਵੀ ਯੂਨਾਈਟਿਡ ਨੇਸ਼ਨ ਦੀਆਂ 6 ਤਾਂ ਆਫੀਸ਼ੀਅਲ ਲੈਂਗੁਏਜ ਹੈ ਤੇ ਯੂਨਾਈਟਿਡ ਨੇਸ਼ਨ ਦੇ ਵਿੱਚ 6 ਹੀ ਆਰਗਨ ਹੈ। ਜਨਰਲ ਅਸੈਂਬਲੀ ਹੈ, ਸਿਕਿਉਰਿਟੀ ਕਾਉਂਸਲ ਹੈ, ਇਕਨੋਮਿਕ ਸੋਸ਼ਲ ਕਾਉਂਸਲ ਹੈ, ਟਰਸਟੀਸ਼ਿਪ ਕਾਉਂਸਲ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਤੇ ਸੈਕਟਰੀਏਟ ਹੈ। ਇਹ 6 ਦੇ 6 ਸਿੱਧਮ ਸਿੱਧਾ ਵੀ ਯਾਦ ਕਰਨੇ ਹੈ क्योंकि पेपर वाला ਆਪਾਂ ਨੂੰ नहीं तो पुठा कर दूगा, वो सीधे पा दिंदा है भी यूनैस्को है, यूनीसैफ है या कुछ भी है भी ਇਹਦੇ ਵਿੱਚੋਂ ਕਿਹੜਾ ਆਪਣਾ ਯੂਨਾਈਟਿਡ ਨੇਸ਼ਨ ਦਾ ਆਰਗਨ ਹੈਗਾ ਹੈ ਨਹੀਂ, ਤਾਂ ਤੁਹਾਨੂੰ ਇਹ ਸਾਰੇ ਪੁਆਇੰਟ ਪਤਾ ਹੋਣੇ ਚਾਹੀਦੇ ਆ। ਠੀਕ ਹੈ ਨਾ। ਤੇ 24 ਅਕਤੂਬਰ 1945, 20 ਅਕਤੂਬਰ 1947, 26 ਜੂਨ 1945, ਰਾਮਾਸਾਮੀ ਮੁੱਢਲੀਆਰ, ਵਿਜੇ ਲక్ష్ਮੀ ਪੰਡਿਤ, ਇਹ ਵੀ ਕੁਝ ਆਪਾਂ ਇੰਡੀਅਨਸ ਯਾਦ ਕਰਨੇ ਆ। ਤੇ ਵੀਕੇ ਕ੍ਰਿਸ਼ਨ ਮੈਨਨ ਸਾਹਿਬ ਦਾ ਵਰਲਡ ਰਿਕਾਰਡ ਵੀ ਆਪਾਂ ਯਾਦ ਰੱਖਣਾ ਹੈ ਤੇ ਸ਼ਾਇਦ ਹੀ ਟੁੱਟੇ। आम तौर पर कह देंगे है भी रिकॉर्ड बनती टुटन वास्ते है, बट ये नहीं टुटता। अज जड़े लीडर च इन्ना स्टैमिना है नहीं भी 8 घंटे बोल लैणगे। ठीक है ना। चलो फिर हुण आपां बच्चों कंटिन्यू करते हैं। हाँ, आपां असैंबली देखिया है जिन्होंने पार्लीमेंट ऑफ द वर्ल्ड कहते हैं, सिक्योरिटी काउंसल देखिया है जिन्होंने पुलिसमैन ऑफ द वर्ल्ड कहते हैं। सो अज आपां कहानी अगे तुरदे हैं विदाउट वेस्टिंग टाइम। अज आपां देखण जा रहे हैं तीजा ऑर्गन। तीजा ऑर्गन बच्चों अपना किहड़ा है? इकनॉमिक एंड सोशल काउंसिल। इकनॉमिक एंड सोशल काउंसिल मतलब ना की पता लगी जाता है आर्थिक ते समाजिक परिषद। आर्थिक ते समाजिक परिषद, आर्थिक ते समाजिक परिषद जिन्होंने आपां शॉर्ट्स की बोलते हैं इकोसोक। तो इसका नाम तो ही पता लग गया भी इन्हां दा काम की है भी आपां जिहड़ा समाजिक प्रोग्रेस है, लोगों की बैटर स्टैंडर्ड ऑफ लाइफ है, ਉਹਦੇ ਵਿੱਚ ਆਪਾਂ ਪ੍ਰਮੋਸ਼ਨ ਕਰਨੀ ਹੈ। मतलब किते ना किते ਕੰਮ ਪਿੱਛੇ ਜੇ ਲੋਕਾਂ ਨੂੰ ਵਿਗਾੜਨਾ ਵੀ ਹੋ ਗਿਆ ਸੀ। ਵਿਗਾੜਨੇ ਨੇ ਗਲਤ ਕੰਮਾਂ ਤੇ ਲਾਤਾ। ਇਹ ਬ੍ਰਾਂਡਾ ਬਰੂੰਡਾ ਨੂੰ ਬੜਾ ਪ੍ਰਮੋਟ ਕਰਨ ਲੱਗੇ ਸੀ ਵੀ ਬਣ ਠਣ ਕੇ ਰਹਾ ਕਰੋ, ਵੀ ਜੇ ਪੈਸਾ ਹੈਗਾ ਤਾਂ ਹੰਡਾ ਲਓ, ਵਰਤ ਲਓ, ਜ਼ਿੰਦਗੀ ਇਹੀ ਮਿਲਣੀ ਹੈ, ਜੋੜਨ ਦਾ ਕੋਈ ਫਾਇਦਾ ਨਹੀਂ। मतलब भी वधिया पाटियां पोटियां पैंटा पा के रखो, ब्रांडेड जीना, ब्रांडेड शर्टां, बन ठन के रहो। जे हैगा तां भी जान बुझ के नंगपना दिखाउण दा कोई फायदा नहीं। ते काफ़ी ब्रांड एंबेसडर भी अपॉइंट करते होंगे है। बट हाँ, ये टॉपिक्स यूनाइटेड नेशन का पढ़ने का मेरा मेन मकसद की है भी ये गल्लां अगे अपने करंट अफेयर भी टॉपिक अपने काम आ जाता होंगे। ये स्टैटिक जीके पॉलिटी का जिहड़ा जबरदस्त टॉपिक है। ठीक है ना। चलो फिर इकनॉमिक एंड सोशल काउंसिल की आपां गल करते हैं भी इहदा काम की है। इट प्रमोट्स, ये प्रमोट करता बच्चों, इट प्रमोट्स सोशल प्रोग्रेस। इट प्रमोट्स सोशल प्रोग्रेस, सोशल प्रोग्रेस and better standards of life and better standards of life। बट मैं तुहानूं कल जान लग्या ने की कहा सी भी हर ऑर्गन दे तुसी याद करने हैं मैंबर। भी मैंबर किन्ने हैं? असैंबली के किन्ने मैंबर है? 193। सिक्योरिटी काउंसिल के किन्ने मैंबर है? 15। ਇਹਦੇ ਕਿੰਨੇ ਮੈਂਬਰ ਹੈ? ਤਾਂ ਆਪਾਂ ਟਿਕ ਲਾਵਾਂਗੇ 54, 54। it consists of 54 members। ਇਹਦੇ ਬੱਚੋਂ 54 ਮੈਂਬਰਸ ਨੇ, 54। ਤੇ ਸਾਲ ਦੇ ਵਿੱਚ ਇਹਨਾਂ ਦਾ ਵੀ ਇੱਕ ਸੈਸ਼ਨ ਹੋਣੀ ਹੋਣਾ ਫਿਕਸ ਹੈ जुलाई महीने ਦੇ ਵਿੱਚ। ਕੱਲ ਆਪਾਂ ਸਤੰਬਰ ਦੇਖਿਆ, ਇੱਧਰ ਆਪਾਂ जुलाई ਦੇਖਿਆ। ਥਾਵਾਂ ਵੀ ਫਿਕਸ ਇਹਨਾਂ ਦੀਆਂ भी ਜਾਂ ਤਾਂ ਹੋਊਗਾ ਜਨੇਵਾ ਦੇ ਵਿੱਚ ਤੇ ਜਾਂ ਹੋਊਗਾ ਨਿਊਯਾਰਕ ਦੇ ਵਿੱਚ। ਵੀ ਜਿੱਥੇ ਮੌਸਮ ਜਾਂ ਠੀਕ ਹੋਊਗਾ ਵੀ ਉੱਥੇ ਆਪਾਂ ਮੀਟ ਕਰਾਂਗੇ, ਵੀ ਉੱਥੇ ਆਪਾਂ ਸੁੱਕਾ ਮੀਟ ਬਣਾ ਲਾਂਗੇ ਜਿੱਥੇ ਮੌਸਮ ਜਾਂ ਠੀਕ ਹੋਊਗਾ। ਲਿਖ ਲਓ देयर एनुअल सैशन भी आए साल वाला। देयर एनुअल सैशन इज हेल्ड इन जुलाई। भी जुलाई महीने ਦੇ ਵਿੱਚ ਇਹਨਾਂ ਦਾ ਸੈਸ਼ਨ ਹੋਣੀ ਹੋਣਾ। ਹੋਰ ਵੀ ਹੋ ਸਕਦੇ ਹੈ ਜਿਵੇਂ ਕੱਲ ਮੈਂ ਤੁਹਾਨੂੰ ਦਿਖਾਇਆ ਹੈ ਵੀ ਅਸੈਂਬਲੀ ਦਾ ਸੈਸ਼ਨ ਹੋਣੀ ਹੋਣਾ ਸਤੰਬਰ ਚ। ਸੋ ਇਹਦਾ ਮਤਲਬ ਕਿਤੇ ਇਹ ਨਾ ਕੱਢ ਲਿਓ ਆਪਦੇ ਕੋਲੋਂ ਵੀ ਬਸ ਇਹ ਕੱਲ ਸਤੰਬਰ ਚ ਹੀ ਮਿਲਦੀ ਹੈ। ਸੈਸ਼ਨ ਬੇਸ਼ੱਕ ਦੀ ਸਾਰਾ ਸਾਲ ਚੱਲੀ ਜਾਣ, ਬਟ ਜਿਹੜਾ ਮੇਨ ਹੋਣਾ ਹੀ ਹੋਣਾ ਰਵਾਇਤੀ ਤੌਰ ਤੇ ਉਹ ਸਤੰਬਰ ਦਾ ਹੁੰਦਾ। ਕੀ ਪਤਾ ਕੱਲ ਨੂੰ ਕਿਹੋ ਜਿਹੇ ਹਾਲਾਤ ਪੈਦਾ ਹੋ ਜਾਣ ਤੇ ਸੈਸ਼ਨ ਸਟਾਰਟ ਹੋ ਜੇ। ਸਮਝੇ ਮੇਰੀ ਗੱਲ। देयर एनुअल सैशन इज हेल्ड इन जुलाई। आइदर आ चीज आप याद रखनी है ਜਾਂ ਤਾਂ ਭਾਈ ਜਨੇਵਾ ਦੇ ਵਿੱਚ, ਆਈਦਰ ਇਨ ਜਨੇਵਾ
और न्यूयॉर्क समझ गए। ਤੇ ਕੱਲ ਤੁਹਾਨੂੰ ਇੱਕ ਨਵਾਂ ਮੁਲਕ ਦੱਸਿਆ ਸੀਗਾ 5p+1 ਆ +1 ਕਿਹੜਾ ਮੁਲਕ ਹੈ ਕਰੋ ਯਾਦ। ਚਲੋ ਫਿਰ ਵੈਸੇ ਤੁਹਾਨੂੰ ਪਤਾ ਹੈ ਆ 54 ਮੈਂਬਰਾਂ ਦੇ ਵਿੱਚ ਇਸ ਸਾਲ ਆਪਣਾ ਇੰਡੀਆ ਵੀ ਮੈਂਬਰ ਬਣ ਜਾ ਰਿਹਾ ਹੈ। ਬਾਕੀ ਤਾਂ ਬਾਅਦ ਦੀਆਂ ਗੱਲਾਂ ਯਾਦ ਰੱਖਣਾ ਹੈ। ਇਹ ਤੀਜਾ ਆਰਗਨ ਹੈ ਸਮਾਜਿਕ ਆਪਣਾ ਆਰਥਿਕ ਤੇ ਸਮਾਜਿਕ परिषद। चलो भी ਹੁਣ ਆਪਾਂ ਦੇਖਣਾ ਬੱਚੋ ਬਹੁਤ ਹੀ ਧਾਕੜ ਪੁਆਇੰਟ ਤੇ ਪੇਪਰ 'ਚ ਬਣਨ ਦਾ ਪੂਰਾ ਚਾਂਸ ਹੈ। ਆਪਾਂ 6 ਆਰਗਨ ਦੇਖੇ ਹੈ ਤੇ ਜੇ ਮੰਨ ਲਓ ਪੇਪਰ ਸਿੱਧਾ ਸਵਾਲ ਆ ਗਿਆ ਵੀ ਦੱਸੋ ਭਾਈ ਕਿਹੜਾ ਆਰਗਨ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ। ਇਹਦਾ ਮਤਲਬ ਉਹ ਕੰਮ ਨਹੀਂ ਕਰ ਰਿਹਾ ਤੇ ਦਿਮਾਗ 'ਚ ਕਿਤੇ ਇਹ ਵੀ ਗੰਦੇ ਖਿਆਲ ਨਾ ਲਿਆਇਓ ਕਿ ਪਤਾ ਨਹੀਂ ਕੀ ਗਲਤ ਕੰਮ ਕਰਤਾ, ਚੋਰੀ ਕਰਤੀ ਜਾਂ ਕਤਲ ਕਰਤਾ ਜਾਂ ਕੋਈ ਹੋਰ ਕਾਂਡ ਕਰਤਾ। ਨਹੀਂ, ਉਹ ਐ ਨਹੀਂ ਵੀ ਉਹਨੇ ਗਲਤ ਕੰਮ ਕਰਤਾ ਵੀ ਇਹਨੂੰ ਫਿਰ ਐਲਾਨ ਕਰਤਾ ਯੂ ਆਰ ਸਸਪੈਂਡਡ। ਅਸਲ ਦੇ ਵਿੱਚ ਉਸ ਆਰਗਨ ਦਾ ਦੋਨੇ ਪੱਖ ਹੀ ਹੈ। ਕ੍ਰਿਟਿਸਿਜ਼ਮ ਵੀ ਬਹੁਤ ਹੋਣ ਲੱਗ ਗਿਆ ਸੀ ਤੇ ਉਹ ਟੰਗ ਜੀ ਬਾਲੀ ਡਾਊਨ ਲੱਗ ਗਈ ਸੀ ਵੀ ਹਰ ਥਾਂ ਤੇ ਟੰਗ ਡਾਊਨ ਲੱਗ ਗਈ। ਇਸ ਨੂੰ ਮੇਰੀ ਟੰਗ ਦਿਸੀ ਨਹੀਂ, ਮੈਂ ਥੱਲੇ ਡਾਲੀ ਸੀ। ਆ ਦੇਖੋ ਵੀ ਕੀ ਹੈ ਉਹ ਟੰਗ ਡਾਊਨ ਲੱਗ ਗਏ ਤਾਂ ਦੁਨੀਆ 'ਚ ਵਰਲਡ ਟੈਂਸ਼ਨਸ ਕੀ ਹੈ ਵਧੀ ਜਾਂਦੀਆਂ। ਈਰਾਨ ਇਰਾਕ ਵਾਰ ਹੋ ਗਿਆ, ਕਿਤੇ ਵੀਅਤਨਾਮ ਵਾਰ, ਕਿਤੇ ਕਿਹੜੀ ਵਾਰ। ਇਹਨਾਂ ਦਾ ਕੰਮ ਸੀ ਟੰਗ ਡਾਉਣਾ। ਸੋ ਇਹ ਕਲੀਅਰ ਸੀ ਵੀ ਹੁਣ ਟੰਗ ਇਹਨਾਂ ਦੀ ਕੋਈ ਵੱਡੂਗਾ। ਇਹਨਾਂ ਨੇ ਮਤਲਬ ਕੀ ਹੈ ਵੀ ਲੰਗੜਾ ਬਣਨ ਨਾਲੋਂ ਪਹਿਲੀ ਕਹਿਤਾ ਵੀ ਭਾਈ ਇਹ ਸਸਪੈਂਡ ਹੈ, ਤੂੰ ਘਰੇ ਬਹਿ ਜਾ ਓਏ। ਤੇ ਸਸਪੈਂਡ ਕੋਈ ਐ ਨਹੀਂ ਵੀ ਅੱਜ ਕੱਲ੍ਹ ਦਾ, ਅੱਧੇ ਤਾਂ ਆਪਣੇ 'ਚ ਉਦੋਂ 2-4 ਸਾਲਾਂ ਦੇ ਹੋਣਗੇ ਜਾਂ ਹੋਏ ਨਹੀਂ ਹੋਣੇ ਕਹਿ ਲਓ, ਐਂ ਕਹਿ ਲਓ। 1994 ਦਾ ਇਹ ਆਰਗਨ ਸਸਪੈਂਡ ਕਰ ਦਿੱਤਾ ਗਿਆ। ਇਹਦਾ ਕੰਮ ਇਹ ਸੀ ਅਸਲ ਦੇ ਵਿੱਚ, ਕੰਮ ਇਹਦਾ ਹੋਰ ਵੀ ਬਹੁਤ ਸੀ ਬਟ ਅਸਲ 'ਚ ਇਹਦਾ ਕੰਮ ਕੀ ਸੀ ਵੀ ਜਿਹੜੇ ਮੁਲਕਾਂ ਤੇ ਕਿਸੇ ਹੋਰ ਮੁਲਕ ਦਾ ਕਬਜ਼ਾ ਹੈ ਉਹ ਕਬਜ਼ਾ ਛਡਾਉਣਾ ਹੈ ਤੇ ਕੋਈ ਖਾਲਾ ਜੀਰਾ ਵਾੜਾ ਨਹੀਂ ਹੁੰਦਾ ਤਾਂ ਟੰਗ ਡਾਉਣਾ। ਤੇ ਆ ਕੀ ਖੁੱਲ ਗਿਆ ਤੇ ਕੁੱਲ ਮਿਲਾ ਕੇ ਟੰਗ ਡਾਉਣਾ ਤਾਂ ਕਹਿੰਦੇ ਆ ਕਿਉਂਕਿ ਇਹਨਾਂ ਦੀ ਆਲੋਚਨਾ ਐ ਹੋਣ ਲੱਗ ਗਈ ਵੀ ਜੱਦੇ ਬਣੇ ਕਬਜ਼ੇ ਛਡਾਉਣਾ। ਵੀ ਜਿਹੜੇ 5 ਪਰਮਾਨੈਂਟ ਮੈਂਬਰ ਹੈ ਚਾਈਨਾ, ਫਰਾਂਸ, ਰਸ਼ੀਆ, ਯੂਕੇ, ਯੂਐਸ, ਵੀ 90 ਤੋਂ 95% ਤੱਕ ਕਬਜ਼ੇ ਛੋਡੇ ਹੀ ਹੈ। ਵੀ ਕਿਉਂ ਐਵੇਂ ਲੋਕਾਂ ਨੂੰ ਉਹੀ ਗੱਲ ਫਿਰ ਬੁੱਧੂ ਬਣਾਉਣ ਵਾਲੀ ਗੱਲ ਹੈ। ਫਿਰ ਵੀ ਇਹ ਆਰਗਨ ਅੱਜ ਕੰਮ ਨਹੀਂ ਕਰ ਰਿਹਾ। ਇਹ ਬੱਚਾ ਆਪਣਾ ਹੈਗਾ ਟਰਸਟੀਸ਼ਿਪ ਕਾਉਂਸਲ। ਟਰਸਟ ਬਣਾਉਣਾ ਇਹਦਾ ਕੰਮ ਸੀ, ਹੋਰ ਬਹੁਤ ਕੰਮ ਹੁੰਦੇ ਆ ਬਟ ਆਪਾਂ ਤਾਂ ਪੜ੍ਹ ਗਏ ਜੇ ਅੱਜ ਇਹ ਕੰਮ ਕਰੇ। ਕੰਮ ਤਾਂ ਇਹ ਕਰਦਾ ਨਹੀਂ, ਇਹ ਸਸਪੈਂਡ ਕਰ ਦਿੱਤਾ ਗਿਆ 1 ਨਵੰਬਰ 1994 ਦਾ। ਲਿਖ ਲਓ its aim was to attain independence। आजादी दिवानी है, आजादी was to attain independence for the countries under foreign rule। समझ गए। ये गल आपां याद रखनी है। सब तो बड़ा पॉइंट है, एक कीमती पॉइंट है। अटेनमेंट ने प्राप्त कराउना, आजादी कराउनी किन्ना वास्ते, मुल्कां वास्ते जिहड़े किसी होर मुल्क दे अंडर है। बट आ काम है it has been suspended from it has been suspended from all its operations। it has been suspended from all its operations। ਉਹਦੀ ਬਿੰਦੀ ਪਾ ਲਿਓ since 1 ਨਵੰਬਰ 1994। ਤੇ 94 ਦੇ ਵਿੱਚ ਇਹਨਾਂ ਨੇ ਆਖਰੀ ਮੁਲਕ ਪਤਾ ਕਿਹੜਾ ਛੜਾਇਆ ਸੀ? ਤੁਸੀਂ ਵੈਸੇ ਅੱਧੇ ਨੇ ਮੁਲਕ ਸੁਣੇ ਨਹੀਂ ਹੋਣਾ। ਉਹ ਦੂਏ ਪਾਸੇ ਸਸਪੈਂਡ ਹੋ ਗਿਆ ਪਲਾਊ। ਇਹ ਜਿਹਾ ਕੁਛ ਆਪਣੇ ਖਾਣ ਪੀਣ ਵਾਲਾ ਹੁੰਦਾ। ਇਹ ਨਿੱਕਾ ਜਿਹਾ ਮੁਲਕ ਹੈ, ਉਹ ਵੀ ਮੁਲਕੀ। ਇਹ ਆਪਣਾ ਵੈਸਟਰਨ ਪੈਸੀਫਿਕ ਓਸ਼ੀਅਨ ਦੇ ਵਿੱਚ ਇੱਕ ਟਾਪੂ ਹੈ। ਇਹ ਸਾਰਾ ਮੁਲਕ ਹੀ 450 ਕਿਲੋਮੀਟਰ ਦਾ। ਉਦੋਂ ਜ਼ਿਆਦਾ ਤਾਂ ਆਪਣੇ ਦੇਸ਼ 'ਚ ਲੋਕ ਜ਼ਮੀਨਾਂ ਵਾਲੇ ਹੈ। ਸਾਰੇ ਮੁਲਕ ਦੀ ਪਲਾਊ ਦੀ ਆਬਾਦੀ ਸਿਰਫ 17,000 ਹੈ। ਇੰਨੇ ਲੋਕ ਤਾਂ ਆਪਣੇ ਇੱਥੇ ਅਜੀਤ ਰੋਡ ਤੇ ਇੰਸਟੀਟਿਊਟ ਸਟੂਡੈਂਟ ਹੀ ਬੈਠੇ ਹੈ। ਲਾ ਲਓ ਹਿਸਾਬ ਹੁਣ ਤੁਸੀਂ ਮੁਲਕ ਕਿਹੜੇ ਆਏ। ਮੈਂ ਤੁਹਾਨੂੰ ਵੈਸੇ ਲਿਖਾ ਦਿੰਦਾ
भी Palau was the last country. Palau was the last country. Palau बच्चों last country है to come under this system. ਜਿਹੜੇ ਇਹਨਾਂ ਦੇ ਸਿਸਟਮ ਦੇ ਅੰਡਰ ਆਈ ਸੀ ਇਹਨੂੰ ਆਜ਼ਾਦ ਕਰਵਾਇਆ to come under this system. ਤੇ ਉਸ ਨੂੰ ਮੈਂ ਦੱਸ ਹੀ ਦਿੱਤਾ ਬੱਚਿਓ ਵੀ ਇਹ ਮੁਲਕ ਕਿੱਥੇ ਹੈ, ਇਹ ਵੈਸਟਰਨ ਪੈਸੀਫਿਕ ਓਸ਼ੀਅਨ ਦੇ ਵਿੱਚ ਇੱਕ ਆਈਲੈਂਡ ਕੰਟਰੀ ਹੈ, ਪਾਣੀ ਨਾਲ ਸਾਰੇ ਪਾਸੇ ਨੂੰ ਘੇਰਿਆ ਹੋਇਆ ਹੈ, ਠੀਕ ਹੈ ਨਾ। ਚਲੋ ਵੀ ਹੁਣ ਰਹਿ ਗਏ ਫਿਰ ਆਪਣੇ ਬੱਚੇ ਦੋ ਧਮਾਕੇਦਾਰ ਆਰਗਨ। ਮੇਰੇ ਅਕੋਰਡਿੰਗ ਤੁਹਾਨੂੰ 4 ਆਰਗਨ ਸਵਾਲ ਬਣਨ ਦਾ ਜ਼ਿਆਦਾ ਚਾਂਸ ਹੁੰਦਾ ਹੈ, ਜਨਰਲ ਅਸੈਂਬਲੀ, ਸਿਕਿਉਰਿਟੀ ਕਾਉਂਸਲ ਤੇ ਫਿਰ ਆਪਣਾ ਆ ਗਿਆ ਜੀ इंटरनेशनल कोर्ट ऑफ जस्टिस, जिसको हम बोलते हैं ICJ। ICJ ये अपन बच्चे नाम से पता लग गया, ये नाम तो की पता लग गया भी भाई जी ये ऑर्गन जुडिशियल ऑर्गन है, ये मुल्कां नूं न्याय दिवाउंदा है भी भाई साडा देश तो आ शरेआम सानूं कुੱਟੀ ਜਾਂਦੀ है, शरेआम साडे नाल धक्का करी ਜਾਂਦੀ है, ਸਾਡੇ ਤੇ ਪਾਬੰਦੀਆਂ ਲਾਈ ਜਾਂਦੀ ਹੈ, ਸਾਨੂੰ ਤਬਾਹ ਕਰੀ ਜਾਂਦੀ ਹੈ। ਤਾਂ ਫਿਰ ਉਹਦਾ ਵਰਲਡ 'ਚ ਆਪਾਂ ਕਹਿ ਦਈਏ ਇਹ ਵਰਲਡ ਦੀ ਅਦਾਲਤ ਹੈ, ਇਹ ਦੁਨੀਆ ਦੀ ਸੁਪਰੀਮ ਕੋਰਟ ਕਹਿ ਸਕਦੇ ਹਾਂ ਆਪਾਂ, ਜਿਵੇਂ ਹਰ ਆਪੋ ਆਪਣੀ ਮੁਲਕ ਦੀ ਹੁੰਦੀ ਹੈ। ਸੋ ਇਹਦਾ ਨਾਮ ਤੋਂ ਹੀ ਪਤਾ ਲੱਗ ਗਿਆ, ਇਟ ਇਜ਼ ਪ੍ਰਾਇਮਰੀ, ਇਹ ਪ੍ਰਾਇਮਰੀ ਹੈ, ਇਟ ਇਜ਼ ਅ ਪ੍ਰਾਇਮਰੀ जुडिशियल ऑर्गन, इट इज प्राइमरी जुडिशियल ऑर्गन। समझ गए। ਹੁਣ ਸਭ ਤੋਂ ਜ਼ਿਆਦਾ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਇਹਦੇ ਕਿੰਨੇ ਜੱਜ ਹੁੰਦੇ ਹੈ, ਜੱਜ ਬੋਲੇ ਤੋਂ ਕਿੰਨੇ ਮੈਂਬਰ ਹੁੰਦੇ ਹੈ, ਇਹ ਪੁਆਇੰਟਾਂ ਨੂੰ ਹਲਕਾ ਨਾ ਸਮਝੋ। ਈਵਨ PCS ਤੇ ਪ੍ਰੀ ਤੱਕ ਇਹੋ ਜਿਹੇ ਕੁਐਸਚਨ ਆਏ ਵੇ ਹੈ, ਇਹੋ ਜਿਹੇ ਕੁਐਸਚਨ ਕਿਹੜੇ ਭਲਾਂ ਦੀ ਵੀ ਭਾਈ ICJ ਦੇ ਕਿੰਨੇ ਜੱਜ ਹੈ, ਇਹਦੇ ਮੰਨੋ ਵੀ ਇਹਦਾ 1 ਲਾਈਨਰ ਕੁਐਸਚਨ ਹੀ ਹੈ। ਵੱਡੇ ਵੱਡੇ ਪੇਪਰਾਂ ਸਵਾਲ ਆਉਂਦੇ ਆ, 15 ਹੁੰਦੇ ਆ ਬੱਚੋ, 15। It consists of 15 judges, 15 जज ਹੁੰਦੇ ਆ ਬੱਚਾ ਲੋਗ। ਤੇ ਹੋਰ ਦੇਖੋ 15 ਦੇ 15 ਜੱਜ ਅਲੱਗ-ਅਲੱਗ ਮੁਲਕਾਂ ਦੇ ਵਿੱਚੋਂ ਹੋਣੇ ਚਾਹੀਦੇ ਆ, ਐ ਨਹੀਂ ਵੀ ਦੋ ਇੱਕ ਮੁਲਕ ਦੇ ਹੋਣਗੇ, ਇਹ ਵੀ ਗੱਲ ਆਪਾਂ ਜਾਣ ਕੇ ਕੰਡੀਸ਼ਨ ਹੁੰਦੀ ਹੈ। ਸਭ ਤੋਂ ਵੱਡੀ ਗੱਲ ਕੀ ਹੈ, ICJ ਦਾ ਆਪ ਦਾ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ, ਆਪ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ, ਜਿਹਦੀ ਟਰਮ ਹੁੰਦੀ ਹੈ 3 ਸਾਲਾਂ ਦੀ। ਇਹ ਵੀ ਲਿਖ ਕੇ ਰੱਖ ਲਓ, ਪੇਪਰ ਦੇ ਅਕੋਰਡਿੰਗ ਕੀਮਤੀ ਪੁਆਇੰਟ ਹੈ। ICJ itself has its president and vice president for term of 3 years, 3 ਸਾਲਾਂ ਵਾਸਤੇ। ਸੱਚ ਹਾਂ, ਟਰਮ ਤੋਂ ਯਾਦ ਆਇਆ ਸਭ ਤੋਂ ਖਤਰਨਾਕ ਪੁਆਇੰਟ, ਜਿਹੜੇ ਆ ਜੱਜ ਬਣਦੇ ਐ ਇਹਨਾਂ ਦੀ ਵੀ ਟਰਮ ਹੁੰਦੀ ਹੈ। ਕਿਆ ਬਾਤ ਹੈ। ਜਿਹੜਾ ਬੰਦਾ ਇੱਕ ਵਾਰ ਜੱਜ ਬਣ ਗਿਆ, ਪੱਕਾ ਸਵਾਲ ਪੁੱਛਣਗੇ, ਕਿਉਂਕਿ ਆਪਾਂ ਨੂੰ ਟਰਮ ਦੇ ਥਾਂ ਤੇ ਗੰਦੀ ਆਦਤ ਕੀ ਹੈ, 5 ਸਾਲ, 3 ਸਾਲ ਜਿਵੇਂ ਆ ਲਿਖਿਆ ਆਪਾਂ। ਬਟ ਇਹ ਜੱਜਾਂ ਦੀ ਟਰਮ ਪਤਾ ਬੱਚੋ ਕਿੰਨੀ ਹੁੰਦੀ ਹੈ, 9 ਸਾਲ। 5 ਤੇ 4 9, ਲਿਖ ਕੇ ਰੱਖ ਲਓ। elected for term of 9 years, elected for term of 9 years। ਸਮਝ ਗਏ। ਇਹ ਚੀਜ਼ ਬੱਚੋ ਆਪਾਂ ਰੱਖਣੀ ਹੈ ਯਾਦ। ਬਟ ਮੈਂ ਤੁਹਾਨੂੰ ਕੱਲ ਕੀ ਪੜਾਇਆ ਸੀ, ਯੂਨਾਈਟਿਡ ਨੇਸ਼ਨ, ਹੋਰ ਕੀ ਪੜਾਇਆ ਸੀ, ਇਸ ਮੈਂ ਤੁਹਾਨੂੰ ਕੀ ਦੱਸਿਆ ਸੀ ਵੀ ਯੂਨਾਈਟਿਡ ਨੇਸ਼ਨ ਦੀਆਂ ਕਿੰਨੀਆਂ ਆਫੀਸ਼ੀਅਲ ਲੈਂਗੁਏਜ ਹੈ, 6, ਚਾਈਨੀਜ਼, ਇੰਗਲਿਸ਼, ਫ੍ਰੈਂਚ, ਰਸ਼ੀਅਨ, ਸਪੈਨਿਸ਼ ਤੇ ਅਰਾਬਿਕ। ਬਟ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਹ ਆਰਗਨ ਆ ਬੱਚੋ, ਇਹ ਕੰਮ ਕਰਦਾ ਸਿਰਫ 2 ਲੈਂਗੁਏਜਸ ਦੇ ਵਿੱਚ, ਇੰਗਲਿਸ਼ ਐਂਡ ਫ੍ਰੈਂਚ। ਇਸ ਤੋਂ ਵੀ ਗ੍ਰੇਟ ਪੁਆਇੰਟ ਆ ਇਹ, ਇੰਗਲਿਸ਼ ਐਂਡ ਫ੍ਰੈਂਚ, ਇੰਗਲਿਸ਼ ਐਂਡ ਫ੍ਰੈਂਚ are its official languages। English and French बच्चों official language है, ये चीज ਆਪਾਂ ਰੱਖਣੀ ਹੈ ਯਾਦ। ਸਮਝ ਗਏ। ਹੁਣ ਆਪਾਂ ਦੇਖਣਾ ਹੈ ਅੱਜ ਦਾ ਪਹਿਲਾ ਚੋਟੀ ਦਾ ਪੁਆਇੰਟ। ਆ ਵੀ ਸਾਰੇ ਚੋਟੀ ਦੇ ਪੁਆਇੰਟ ਹੀ ਹੈ, ਚੱਕ ਵਾਲੀ ਗੱਲ ਨਹੀਂ।
बट जिथे इंडियन का जिक्र होंदा है उत्थे वैसी रिस्पैक्ट जी ज़्यादा जाग जाती है भी इंडियंस का भी मतलब रोल हैगा यूनाइटेड नेशन दे विच। अपने मुल्क तो भी 4 बंदे इंटरनेशनल कोर्ट ऑफ जस्टिस का जज बन चुके हैं। उन्हां चारां दे विचों तां अगे जाके प्रेजिडेंट भी बनया होया है, एडा बेस्ट पॉइंट है। बट ਇਹਦਾ एड्रैस एक पॉइंट मैं होर लिखना फिर आप इंडियंस अलग पेज ते लिखांगे आप, ठीक है ना। ICJ ਦਾ जेकर तुसी अखबार देखो ना ਇਹਦਾ एड्रैस बहुत आउंदा है क्योंकि उत्थे एक पैलेस है, नीदरलैंड का शहर है हेग, हेग ਦੇ ਵਿੱਚ ਇੱਕ ਪੈਲਸ ਹੈ, ਉਸ ਪੈਲਸ ਦੇ ਵਿੱਚ ਇਹ ਸਥਿਤ ਹੈ। ਜਿਵੇਂ ਆਪਣੀ ਦਿੱਲੀ ਕਹਿੰਦੇ ਸੁਪਰੀਮ ਕੋਰਟ ਹੈ ਉਵੇਂ ਐਡਰੈਸ ਕਹਿ ਰਹੇ हैं। ਤੁਸੀਂ ਕਹੋ ਸਰ ਆਪਾਂ ਐਡਰੈਸ ਤੋਂ ਕੀ ਕਰਾਉਣਾ ਹੈ, ਕਿਉਂਕਿ ਅਖਬਾਰਾਂ ਤੇ ਬੜਾ ਲਿਖਿਆ ਹੁੰਦਾ ਹੈ, ਜਿਹੜੀ ਚੀਜ਼ ਅਖਬਾਰਾਂ ਤੇ ਆਉਂਦੀ ਹੈ ਪੇਪਰਾਂ ਨੇ ਚੱਕ ਕੇ ਛਾਪ ਦੇਣੀ ਹੈ, ਫਿਰ ਆਪਣੇ ਊਂ ਛਪ ਜਾਂਦਾ ਘਰੇ ਆ ਕੇ। ਇਹ ਵੀ ਲਿਖ ਕੇ ਰੱਖੋ ਕਿ ਵੀ ਭਾਈ ICJ is located, ਕਿੱਥੇ ਲੋਕੇਟਡ ਹੈ, ICJ is located at पीस पैलेस। क्या पैलेस है, पीस पैलेस। समझे मेरी गल, किते ग्रीन पैलेस ना टिक ला दो पेपर च। ये अपना हेग दे विच पैलेस है, इत्थे अपनी स्थित है इंटरनेशनल कोर्ट ऑफ जस्टिस, ठीक है ना बच्चों। ये सारे पॉइंट रखने याद। हुण आपां देखदे हैं इंडियन मैंबर्स कौन कौन से हिंदुस्तानी अपने ICJ दे जज बन चुके हैं। लो भी देखण जा रहे हैं। पहला आ गया वही बंदा ਜਿਹੜਾ ਸਾਨੂੰ मैं पॉलिटी ਦੇ ਵਿੱਚ ਵੀ ਪੜ੍ਹਾ ਚੁੱਕੇ हैं, ਜਮਾ ਪਹਿਲੀ ਕਲਾਸ ਦੇ ਵਿੱਚ। ਜੇਕਰ ਤੁਹਾਡੇ ਦਿਮਾਗ 'ਚ ਨਹੀਂ ਤਾਂ ਤੁਹਾਨੂੰ ਬਹੁਤ ਹੀ ਸਖਤ ਰਿਵੀਜ਼ਨ ਦੀ ਲੋੜ ਹੈ। BN ਰਾਓ, ਜੇ ਤੁਸੀਂ ਬੰਦਾ ਸਮਝੋ ਸੁਣੇ ਹੀ ਨਹੀਂ ਫਿਰ ਤੁਹਾਨੂੰ ਛਿੱਤਰਾਂ ਦੀ ਲੋੜ ਹੈ। ਜਦੋਂ ਉਹ ਭੁੱਲ ਗਏ ਯਾਰ ਅੱਜ ਤਾਂ ਨਾ, ਜੇ ਤੁਸੀਂ ਮੰਨ ਲਓ ਵੈਸੇ ਹੀ ਭੁੱਲ ਗਏ ਤਾਂ ਚਲੋ ਗੱਲ ਵੱਖਰੀ ਹੈ, ਬਟ ਜੇ ਤੁਸੀਂ ਆਹ ਬੰਦਾ ਸੁਣੇ ਨਹੀਂ ਇਹ ਬਾਕੀ ਘਾਟ ਹੈ। BN ਰਾਓ ਇਹ ਆਪਣਾ ਇੰਡੀਅਨ ਮੈਂਬਰ ਹੈ। दूसरा बच्चा अपना आ गया जी नागेंद्र सिंह। तीसरा बच्चा अपना आ गया जी RS पाठक। इत्थे RS का मतलब रुपिंदर सिद्धू नहीं हैगा, ठीक है ना, RSS रुपिंदर सिंह सिद्धू। फिर आप लिख लो दलवीर, इहदा पॉइंट बच्चों उदू भी बेस्ट है भंडारी साहब का। काहे, क्योंकि भंडारी साहब अज मौजूदा ने। जे पूछा कि अज अपने इंडिया तो कोई ICJ दे विच जज है, टिक ला दांगे है। कौन है, दलवीर भंडारी। ते मैं तुहानूं की कहा सी भी इन्हां दे विचों ये ICJ दे जज तां बन चुके हैं, बट अगे जाके एक प्रेजिडेंट भी बन चुके हैं ते वो अपने फिर सिंह साहब है। सिंह साहब ने हैज also served as क्या प्रेजिडेंट। ये बच्चों प्रेजिडेंट भी बन चुके हैं। ये चीज आपां रखनी है याद। अब PT मतलब प्रेजिडेंट होंदा, ठीक है ना। वैसे पॉलिटी च आपां देखिए ही है, कोई नवी गल तां है नहीं, होर आपां की कीता। चलो भी हुण आपां देखदे हां फिर आखिरी ऑर्गन बच्चों जिन्हों आपां कहने हैं अपनी यूनाइटेड नेशन दा बापची। बापची बोले तो एडमिनिस्ट्रेटिव ऑफिसर, सेक्रेटरी, सेक्रेटरीएट पाओ यार, ये की करा था होरी, मैं तो गाया पवा था नाम दा सेक्रेटरीएट। इसे नूं आपां बच्चों की बोलते हैं, लिख के रख लो, सीधा पेपर सवाल पूछणगे। देखो he is the, she भी पा लो, she भी कदे बन सकती है, वैसे अज तक ही है सारे। he is the chief administrative officer, he is the chief administrative officer। चीफ एडमिनिस्ट्रेटिव ऑफिसर का बच्चे याद रखना है किदा, ऑफ UN। समझ गए, इनू अपॉइंट कौन करता है, अपनी भी अज देखो कोई देश मान लो कोई देश लैवल की कोई नियुक्ति है, सैक्रेटरी सिक्रेटरी उन्होंने पार्लीमेंट ही अपॉइंट कर दी है। बस फिर इनू भी पार्लीमेंट ही अपॉइंट कर दी है। इनकी पार्लीमेंट कौन है, जनरल असैंबली। किहदे कहण ते मैं तुहानूं कल की कहा सी भी उस बॉडी दे कहे बिना पत्ता भी नहीं हिलदा, वो बॉडी किहड़ी सी, भूल गए,
सिक्योरिटी काउंसिल, वेरी गुड, लिख लो। एंड इधर नाल ही पढ़ो यार, एंड इज अपॉइंटेड बाय, एंड इज अपॉइंटेड बाय जनरल असेंबली, जनरल असेंबली वालों नियुक्ति की जाती है, बट किदे कहन ते, कौमा, कौमा ऑन द recommendation, on the recommendation of SC, मतलब सिक्योरिटी काउंसिल दे कहन ते। हुण अगला सवाल सब तो बड़ा बच्चों पैदा हुंदा है भी भाई अपनी सैकरेटरी दी टर्म किन्नी हुंदी है, तां आपां टिक लावांगे 5 साल, ते उहनूं की दुबारे भी चुन सकते हैं, बिल्कुल दोबारे भी चुन सकते हैं। देखो फिर अगला कीमती पॉइंट, टर्म सैकरेटरी दी बच्चों टर्म कितनी होंदी है, तां आपां टिक लावांगे 5 ईयर्स, 5 साल, एंड कैन बी री इलैक्टेड, की कोई अपने गवर्नर, सॉरी गवर्नर जनरल निकल गया सी मूंह चों, की अपना कोई सैकरेटरी दोबारे अपॉइंट होया, तुसीं कह दो हाँ होया, एक बारी होया सी, कौन, बन की मून, बन की मून लगातार 2 बारी बनया। चल आप देख ही लेने, पहला कौन है पूछणगे, यूनाइटेड नेशन का पहला सैकरेटरी कौन है, वो दस दांगे यार, गल है कोई, त्रिगवलाई, कित्थों दा है, ये भी दस दांगे आपां, नॉर्वे दा है। सो ये पहला बच्चों सैकरेटरी है त्रिगवलाई, कित्थों दा है, नॉर्वे दा। हाँ जी पूछा अज, ਤਾਂ ਅੱਜ ਆਪਾਂ ਟਿਕ ਲਾਵਾਂਗੇ 9th है, 9वां। ਇਹ ਕਾਊਂਟਿੰਗ याद रखियो, पेपर वाला काउंटिंग पाਉਂਦਾ ਕਈ ਵਾਰੀ, ਉਦੋਂ ਵੀ ਸਿਆਣਾ है, ਇਹ ਬੰਦਾ ਘੈਂਟ है। ਅਨਤੋਨੀਓ, ਅਨਤੋਨੀਓ, फिर पाਉਣਾ ਗੁਤਰਸ, ਗੁਤਰਸ, ਜਿਵੇਂ ਆਪਣੇ ਗੁੱਤ ਵੱਢਣ ਵਾਲੇ ਆ ਗਏ ਸੀ, ਇਹ ਪੁਰਤਗਾਲ ਦਾ ਹੈ। ਅੰਤੋਨੀਓ ਗੁਤਰਸ ਬੱਚੋ ਇਹ 9ਵਾਂ, ਤੇ ਇਹ ਆਪਣਾ ਵੀਰੋ ਹੈਗਾ पुर्तगाल दा, कित्थों दा है, पुर्तगाल दा। तो पेपर किते उही ना गाल दिओ सवाल नूं, आ पढ़ के जा वड़ो ते आ भुल जाओ भी किन्नवां। बाकी होर तुहानूं मैं दसदा, तुसीं सारा रिवाइज करो वधिया टॉपिक, आपां इहदे MCQs भी डिस्कस करांगे, बिकॉज उहदे विच ही बड़ा कुछ सीखण नूं मिलदा है। पढ़ तां आपां लिआ, कई बारी पेपर दे विच एग्जामिनर सवाल नूं जान के उलझा दिंदा है, विच इहो जिहियां गल्लां दे के ਜਿਹੜੀਆਂ ਆਪਾਂ ਕਦੇ ਸੁਣੀਆਂ ਨਹੀਂ ਹੁੰਦੀਆਂ, बट ਆਪਾਂ ਸੈਸ਼ਨ ਦੇ ਵਿੱਚ ਉਹ ਸੁਣ ਕੇ ਜਾਵਾਂਗੇ। ਸਮਝੇ ਮੇਰੀ ਗੱਲ, ਬਸ ਇਹੀ ਆਪਣਾ ਕੰਮ ਹੈ, ਇੰਨੀ ਮੇਰੀ ਬਾਤ ਉੱਤੋਂ ਪਈ ਰਾਤ। ਤੇ ਮਿਲਦੇ ਆਂ ਪਰ ਬੱਚੋ ਨੈਕਸਟ ਸੈਸ਼ਨ ਦੇ ਵਿੱਚ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।